हाँ जी बेटा, सत श्री अकाल जी साਰਿਆਂ ਨੂੰ। ਅੱਜ ਅਸੀਂ 8ਵੀਂ ਸ਼੍ਰੇਣੀ ਦਾ ਸਮਾਜਿਕ ਵਿਗਿਆਨ ਦਾ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 24 ਕਰ ਰਹੇ ਹਾਂ, ਸੰਵਿਧਾਨ ਅਤੇ ਕਾਨੂੰਨ। ਸਦੀਆਂ ਦੀ ਗੁਲਾਮੀ ਅਤੇ ਲੰਬੇ ਸਮੇਂ ਦੀ ਜਦੋਜਹਿਦ ਪਿੱਛੋਂ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ। ਸੁਤੰਤਰ ਭਾਰਤ ਲਈ ਇੱਕ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਜਾਣਾ ਜ਼ਰੂਰੀ ਸੀ। ਅਸੀਂ ਸਾਰੇ ਹੀ ਜਾਣਦੇ ਹਾਂ ਕਿ 1947 ਤੋਂ ਪਹਿਲਾਂ ਜਿਹੜਾ ਸਾਡਾ ਭਾਰਤ ਆ ਉਹ ਗੁਲਾਮ ਰਿਹਾ। ਕਈ ਹਕੂਮਤਾਂ ਨੇ ਇਸ ਉੱਪਰ ਰਾਜ ਕੀਤਾ। ਅੰਗਰੇਜ਼ਾਂ ਨੇ 200 ਸਾਲ ਤੱਕ ਸਾਡੇ ਦੇਸ਼ ਉੱਪਰ ਰਾਜ ਕੀਤਾ। ਸੁਤੰਤਰਤਾ ਤੋਂ ਬਾਅਦ ਵੀ ਕੀ ਅਜੇ ਅਸੀਂ ਪੂਰਨ ਤੌਰ 'ਤੇ ਆਜ਼ਾਦ ਨਹੀਂ ਸੀ, ਕਿਉਂਕਿ ਭਾਰਤ ਦਾ ਜਿਹੜਾ ਰਾਜ ਪ੍ਰਬੰਧ ਆ ਉਹਨਾਂ ਕਾਨੂੰਨਾਂ ਦੁਆਰਾ ਹੀ ਚਲਾਇਆ ਜਾਂਦਾ ਸੀ ਜਿਹੜੇ ਬ੍ਰਿਟਿਸ਼ ਸੰਸਦ ਦੁਆਰਾ ਭਾਰਤੀਆਂ ਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਮਜ਼ਬੂਤ ਬਣਾਉਣ ਲਈ ਬਣਾਏ ਗਏ ਸਨ। ਯਾਨੀ ਕਿ ਹਜੇ ਵੀ ਸਾਡਾ ਜਿਹੜਾ ਸ਼ਾਸਨ ਆ ਉਹਨਾਂ ਕਾਨੂੰਨਾਂ ਦੁਆਰਾ ਹੀ ਚੱਲ ਰਿਹਾ ਸੀ ਜੋ ਬ੍ਰਿਟਿਸ਼ ਸਰਕਾਰ ਨੇ ਬਣਾਏ ਸਨ। ਸੁਤੰਤਰਤਾ ਦੀ ਅਖੀਰੀ ਕੜੀ ਨੂੰ ਜੋੜਨ ਲਈ ਸੁਤੰਤਰ ਭਾਰਤ ਲਈ ਇੱਕ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਜਾਣਾ ਜ਼ਰੂਰੀ ਸੀ। ਸੰਵਿਧਾਨ ਕੀ ਹੈ? ਸਾਡੇ ਮਨ ਦੇ ਵਿੱਚ ਆਉਂਦਾ ਆਖਰ ਸੰਵਿਧਾਨ ਹੈ ਕੀ? ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਨ੍ਹਾਂ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਸੰਵਿਧਾਨ ਦੇਸ਼ ਦੇ ਦੂਜੇ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ ਅਤੇ ਦੇਸ਼ ਦੀ ਸਰਕਾਰ ਸੰਵਿਧਾਨ ਅਨੁਸਾਰ ਹੀ ਰਾਜ ਪ੍ਰਬੰਧ ਚਲਾਉਂਦੀ ਹੈ। ਠੀਕ ਹੈ ਜੀ। ਸੰਵਿਧਾਨ ਕੀ ਹੈ? ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਨ੍ਹਾਂ ਦੁਆਰਾ ਦੇਸ਼ ਦਾ ਕੀ ਹੈ ਜਿਹੜਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਸੰਵਿਧਾਨ ਦੇ ਦੂਜੇ ਕਾਨੂੰਨਾਂ ਜਿਹੜਾ ਸੰਵਿਧਾਨ ਆ ਉਹ ਦੇਸ਼ ਦੇ ਬਾਕੀ ਸਭ ਕਾਨੂੰਨਾਂ ਤੋਂ ਕੀ ਆ ਉੱਪਰ ਹੁੰਦਾ ਹੈ, ਸਰਵਉੱਚ ਹੁੰਦਾ ਹੈ ਅਤੇ ਦੇਸ਼ ਦੀ ਸਰਕਾਰ ਸੰਵਿਧਾਨ ਅਨੁਸਾਰ ਹੀ ਆਪਣਾ ਜਿਹੜਾ ਜੋ ਵੀ ਸ਼ਾਸਨ ਆਦਾ ਜੋ ਵੀ ਪ੍ਰਬੰਧ ਆ ਉਹ ਸੰਵਿਧਾਨ ਅਨੁਸਾਰ ਹੀ ਚਲਾਉਂਦੀ ਹੈ। ਠੀਕ ਹੈ ਜੀ, ਇਹ ਹੋ ਗਿਆ ਸੰਵਿਧਾਨ। ਸੰਵਿਧਾਨ ਅਨੁਸਾਰ ਹੀ ਹੁਣ ਸੰਵਿਧਾਨ ਕਿ ਆਜ਼ਾਦੀ ਮਿਲਣ ਤੋਂ ਬਾਅਦ ਫਿਰ ਭਾਰਤੀ ਨੇਤਾਵਾਂ ਨੇ ਆਪਣੀ ਸੰਵਿਧਾਨਕ ਕਮੇਟੀ ਦੀ ਰਚਨਾ ਕੀਤੀ। ਤੁਹਾਨੂੰ ਅੱਗੇ ਵੀ ਦੱਸ ਰਹੇ ਹਾਂ। ਡਾਕਟਰ ਰਾਜਿੰਦਰ ਪ੍ਰਸਾਦ ਨੂੰ ਸੰਵਿਧਾਨ ਸਭਾ ਦੀ ਸਥਾਈ ਜਿਹੜਾ ਪ੍ਰਧਾਨ ਚੁਣਿਆ ਗਿਆ। ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਬਣਾਈ ਗਈ। ਪੂਰਨ ਪ੍ਰਭੂਸੱਤਾ ਸੰਪੰਨ ਜਿਹੜੀ ਹੈ ਸੰਵਿਧਾਨ ਸਭਾ ਬਣਾਈ ਗਈ। ਹੁਣ ਇੱਥੇ ਪੂਰਨ ਪ੍ਰਭੂਸੱਤਾ ਸੰਪੰਨ ਇੱਕ ਵਰਡ ਆਇਆ, ਧਿਆਨ ਵਿੱਚ ਸੁਣ ਲੈਣਾ ਤੁਸੀਂ। ਪੂਰਨ ਪ੍ਰਭੂਸੱਤਾ ਸੰਪੰਨ ਯਾਨੀ ਕਿ ਜਦੋਂ ਕੋਈ ਦੇਸ਼ ਆਪਣੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਦੇ ਵਿੱਚ ਬਿਲਕੁਲ ਸੁਤੰਤਰ ਹੁੰਦਾ ਹੈ, ਯਾਨੀ ਕਿ ਆਪਣੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਦੇ ਵਿੱਚ ਉਹ ਕਿਸੇ ਦੀ ਅਧੀਨਤਾ ਨਹੀਂ ਹੁੰਦੀ, ਕਿਸੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੋਈ ਆਪਣਾ ਫੈਸਲਾ ਨਹੀਂ ਲੈਂਦਾ, ਤਾਂ ਅਸੀਂ ਉਸ ਦੇਸ਼ ਨੂੰ ਕੀ ਬੋਲਦੇ ਹਾਂ? ਪੂਰਨ ਪ੍ਰਭੂਸੱਤਾ ਸੰਪੰਨ ਦੇਸ਼ ਨੂੰ। ਅੱਗੇ ਮਸੂਦਾ ਕਮੇਟੀ ਦੀ ਨਿਯੁਕਤੀ। ਫਿਰ ਸੰਵਿਧਾਨ ਬਣਾਉਣ ਦੇ ਲਈ ਭਾਰਤ ਦੁਆਰਾ ਜਿਹੜੀ ਮਸੂਦਾ ਕਮੇਟੀ ਦੀ ਨਿਯੁਕਤੀ ਕੀਤੀ ਗਈ। ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ 1947 ਨੂੰ ਡਾਕਟਰ BR ਅੰਬੇਦਕਰ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕਮੇਟੀ ਬਣਾਈ ਗਈ। ਇਸ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ। ਠੀਕ ਹੈ ਜੀ। ਔਰ ਇਸ ਸਭਾ ਦੇ ਕੁੱਲ 11 ਸਮਾਗਮ ਹੋਏ ਅਤੇ ਇਸ ਨੂੰ 2 ਸਾਲ 11 ਮਹੀਨੇ 18 ਦਿਨਾਂ ਵਿੱਚ ਸੰਵਿਧਾਨ ਤਿਆਰ ਕੀਤਾ ਗਿਆ। ਠੀਕ ਹੈ ਜੀ। ਜਿਹੜੀ ਕਮੇਟੀ ਬਣਾਈ 7 ਮੈਂਬਰਾਂ ਦੀ ਕਮੇਟੀ ਸੀ। 29 ਅਗਸਤ 1947 ਨੂੰ ਡਾਕਟਰ BR ਅੰਬੇਦਕਰ ਜੀ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਉਹਨਾਂ ਦੇ ਕੁੱਲ 11 ਸਮਾਗਮ ਹੋਏ ਔਰ ਇਹਨਾਂ 11 ਸਮਾਗਮਾਂ ਤੋਂ ਬਾਅਦ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਜਿਹੜਾ ਕੀ ਹੈ ਸਾਡਾ ਜਿਹੜਾ ਸੰਵਿਧਾਨ ਆ ਭਾਰਤ ਦਾ ਤਿਆਰ ਕੀਤਾ ਗਿਆ। ਅੱਗੇ ਆ ਗਈ 26 ਜਨਵਰੀ ਦੀ ਮਹੱਤਤਾ ਕੀ ਸੀ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਜਿਹੜਾ ਸੰਵਿਧਾਨ ਸੀਗਾ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਪਰ ਫਿਰ ਵੀ ਇਸ ਨੂੰ 26 ਜਨਵਰੀ 1950 ਨੂੰ ਹੀ ਲਾਗੂ ਕੀਤਾ ਗਿਆ। ਉਸ ਦੇ ਪਿੱਛੇ ਵੀ ਇੱਕ ਕਾਰਨ ਸੀ 26 ਜਨਵਰੀ ਦੀ ਮਹੱਤਤਾ। ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪਹਿਲੀ ਵਾਰ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਅਤੇ ਇਹ ਘੋਸ਼ਣਾ ਕੀਤੀ ਕਿ 26 ਜਨਵਰੀ 1930 ਨੂੰ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ। ਇਸ ਲਈ ਸੰਵਿਧਾਨ ਭਾਵੇਂ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਪਰ 26 ਜਨਵਰੀ ਦੀ ਇਤਿਹਾਸਿਕ ਮਹੱਤਤਾ ਨੂੰ ਕਾਇਮ ਰੱਖਦੇ ਹੋਏ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਠੀਕ ਹੈ ਜੀ, ਕਲੀਅਰ ਹੋ ਗਿਆ ਵੀ 26 ਜਨਵਰੀ ਨੂੰ ਹੀ ਸੰਵਿਧਾਨ ਲਾਗੂ ਕਿਉਂ ਹੋਇਆ। ਹਾਲਾਂਕਿ ਜਿਹੜਾ ਸੰਵਿਧਾਨ ਆ ਸਾਡਾ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਜਿਹੜੀ 26 ਜਨਵਰੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹੀ 26 ਜਨਵਰੀ ਦੀ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹੀ ਜਿਹੜਾ ਇਹ ਸੰਵਿਧਾਨ ਹੈ। ਠੀਕ ਹੈ। 31 ਦਸੰਬਰ ਇੱਕ ਹੋਰ ਗੱਲ ਦੇਖ ਲੈਣਾ, ਜਿਹੜੀ 26 ਜਨਵਰੀ ਦੀ ਮਹੱਤਤਾ ਦੀ ਗੱਲ ਕਰ ਰਹੇ ਸੀ। 31 ਦਸੰਬਰ 1929 ਨੂੰ ਰਾਵੀ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪਹਿਲੀ ਵਾਰ ਕਾਂਗਰਸ
ਨੇ ਕੀ ਆ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਤੇ ਘੋਸ਼ਣਾ ਕੀਤੀ ਕਿ 26 ਜਨਵਰੀ 1930 ਜਿਹੜਾ ਅਸੀਂ ਨੀਚੇ ਪੜ੍ਹ ਰਹੇ 31 ਦਸੰਬਰ 1929 ਨੂੰ ਰਾਵੀ ਦੇ ਕੰਢੇ ਤੇ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪਹਿਲੀ ਵਾਰ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ। ਠੀਕ ਹੈ ਜੀ, ਉਦੋਂ ਹੀ ਇਹ ਘੋਸ਼ਣਾ ਕੀਤੀ ਗਈ ਸੀ ਕਿ 26 ਜਨਵਰੀ 1930 ਨੂੰ ਸਾਰੇ ਦੇਸ਼ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਏਗਾ। 31 ਦਸੰਬਰ 1929 ਨੂੰ ਰਾਵੀ ਦੇ ਕੰਢੇ ਤੇ ਪੰਡਤ ਜਵਾਹਰ ਲਾਲ ਨਹਿਰੂ ਦੁਆਰਾ ਜਿਹੜੀ ਇਹ ਘੋਸ਼ਣਾ ਕੀਤੀ ਗਈ ਸੀ ਪੂਰਨ ਸਵਰਾਜ ਦੀ। ठीक है जी, हुण सानू 26 जनवरी की महत्ता समझ में आ गई और भारतीय संविधान 26 जनवरी 1950 ਨੂੰ ही क्यों लागू किया गया ये भी सानू जानकारी मिल गई। अगे आ गया जी कानून। फिर एक शब्द आ जाता है इत्थे कानून। कानून अंग्रेजी भाषा के शब्द ला का अनुवाद है। ला शब्द की उत्पत्ति टेओटोनिक शब्द लै तो हुई है जिसका अर्थ है निश्चित। ठीक है जी, इसलिए कानून का अर्थ किसी भी निश्चित नियम तो है। समाजिक जीवन को नियमित ਕਰਨ ਲਈ ਕਾਨੂੰਨਾਂ ਦਾ ਹੋਣਾ ਜ਼ਰੂਰੀ ਹੈ। ਕਾਨੂੰਨ ਦਾ ਅਰਥ ਕੀ ਹੈ? ਕਿਸੇ ਵੀ ਨਿਸ਼ਚਿਤ ਨਿਯਮ ਤੋਂ ਹੈ। ਸਮਾਜਿਕ ਜੀਵਨ ਨੂੰ ਅਸੀਂ ਸਮਾਜ ਦੇ ਵਿੱਚ ਰਹਿ ਰਹੇ ਹਾਂ, ਅਸੀਂ ਆਪਣੇ ਘਰ ਵਿੱਚ ਰਹਿ ਰਹੇ ਹਾਂ, ਪਰਿਵਾਰ ਵਿੱਚ ਰਹਿ ਰਹੇ ਹਾਂ, ਉੱਥੇ ਵੀ ਸਾਨੂੰ ਕੀ ਹੈ ਕਾਨੂੰਨਾਂ ਦੀ ਲੋੜ ਪੈਂਦੀ ਹੈ। ਆਪਣੇ ਜੀਵਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਹਰ ਇੱਕ ਇਨਸਾਨ ਨੂੰ, ਹਰ ਇੱਕ ਪ੍ਰਾਣੀ ਨੂੰ ਜਿਹੜੀ ਹੈ ਕਾਨੂੰਨਾਂ ਦਾ ਸਹਾਰਾ ਲੈਣਾ ਪੈਂਦਾ, ਨਿਯਮਾਂ ਦਾ ਸਹਾਰਾ ਲੈਣਾ ਪੈਂਦਾ। ਅਸੀਂ ਸਕੂਲ ਵਿੱਚ ਪੜ੍ਹਦੇ ਹਾਂ, ਸਕੂਲ ਵਿੱਚ ਸਾਡੇ ਕਾਨੂੰਨ ਹੁੰਦੇ ਆ। अलग अलग स्कूलों के अलग अलग संस्थावां के अपने अलग अलग की है कानून होंगे, पर कोई भी कानून, कोई भी संस्था, चाहे वो सरकारी है चाहे गैर सरकारी है, संविधान जिहड़ा साडे देश का संविधान आ उस तो हट के होर कोई भी किसी किस्म का कानून पारित नहीं कर सकते। सारिया संस्थावां चाहे गैर सरकारी सरकारी संस्थावां उन्हां नूं देश के जिहड़े संविधान के अंदर रह के ही अपने काम करने पैंदे। ठीक है जी, अपने कानून वो बना सकते हैं पर वो संविधान के विरुद्ध नहीं होने चाहिए। कानून समझ आ गया होना। कानून अंग्रेजी भाषा का शब्द ला का अनुवाद है। ला शब्द की उत्पत्ति टेओटोनिक शब्द लै तो हुई है जिसका अर्थ है निश्चित। इसलिए कानून का अर्थ किसी भी निश्चित नियम तो है, किसी भी निश्चित नियम तो है। नियमां का अर्थ ही की है कानून है। ਤੁਹਾਨੂੰ ਕਿਤੇ ਵੀ ਕੋਈ ਨਿਯਮ ਦੱਸੇ ਜਾਂਦੇ ਆ ਉਹ ਕੀ ਹੈ? ਕਾਨੂੰਨੀ ਹੈ। ਸਮਾਜਿਕ ਜੀਵਨ ਨੂੰ ਨਿਯਮਿਤ ਕਰਨ ਲਈ ਕਾਨੂੰਨਾਂ ਦਾ ਹੋਣਾ ਜ਼ਰੂਰੀ ਹੈ। अगे आ गया संविधान की भूमिका की है जी। फिर देख लो संविधान नू सर्वउच्चता। सब तो पहले की है संविधान की है सर्वउच्च है। सर्वउच्चता मीनस संविधान नू जदों कोई भी है संविधान नू साडे देश दे विच सब तो उपर मन्निया गया है। जदों कोई किसी भी संविधान अनुसार कोई भी सरकारी या गैर सरकारी संस्थावां काम करदियां हैं, संविधान की पैरवी के लिए फिर की है संविधान की पहरेदार न्यायपालिका। एक क्लीयर हो गया संविधान की है सर्वउच्च है साडे देश दे विच। संविधान तो ऊपर कुछ भी नहीं है। चाहे कोई इस तरह समझ लो प्रधानमंत्री है, राष्ट्रपति है, कोई भी उच्चे तो उच्चे अहदे ते लीडर है, अगर कोई संविधान की उल्लंघना करता है तो उसनूं उसकी बनती सज़ा दी जाएगी। ऐसा नहीं है कि कोई उच्चे अहदे ते है, कोई लीडर है, उसनूं उसकी बनती सज़ा नहीं मिलेगी। संविधान सब तो सर्वउच्च है। फिर संविधान के पहरेदार न्यायपालिका है। न्यायपालिका का गठन किया गया है साडे देश दे विच। न्यायपालिका जिहड़ी है वो संविधान की पहरेदार है। संविधान की पहरेदार मीनस संविधान की राखी करती है। अगर कोई संविधान के नियमों की उल्लंघना करता है या संविधान की उल्लंघना करता है, किसी धारा की उल्लंघना करता है, संविधान के किसी अनुच्छेद की उल्लंघना करता है तो जिहड़ी न्यायपालिका है उसनूं की है सज़ा देने की हकदार है। और न्यायपालिका साडी ये गल याद रखनी, न्यायपालिका बिल्कुल स्वतंत्र निरपक्ष है। स्वतंत्र निरपक्ष का मतलब किसी नाल उसके उपर किसी का कोई दबाव नहीं है, और निरपक्ष का मतलब वो जो भी फैसले करेगी बिल्कुल निरपक्ष करेगी, सबूतों के आधार पर करेगी। इत्थे गल होर नोट कर लेना बेटा, न्यायपालिका नूं की है न्यायिक पुनर्निरीक्षण का अधिकार दिता गया है। न्यायिक पुनर्निरीक्षण का अधिकार दिता गया है। इस अधिकार का अर्थ है कि जेकर किसी विधान मंडल जेकर किसी विधान मंडल वालों बनाया कानून या कार्यपालिका द्वारा जारी किए आदेश संविधान के किसी अनुच्छेद या धारा की उल्लंघना करते होण तो अजिहे कानूनों या आदेशों को न्यायपालिका असंविधानिक घोषित कर सकती है, यानी कि उन्होंने रद्द कर सकती है। ठीक है, रिपीट कर लगे हैं, ध्यान नाल फिर सुनना। न्यायपालिका जी संविधान में न्यायपालिका है, पहरेदार है। न्यायपालिका एक न्यायिक पुनर्निरीक्षण का अधिकार दिता गया है। अधिकार इसनूं होर भी बहुत ज़्यादा है पर यह मोस्ट इंपोर्टेंट है, न्यायिक पुनर्निरीक्षण का अधिकार। इस आधार का अर्थ है कि जेकर किसी विधान मंडल वालों बनाया कानून या कार्यपालिका द्वारा जारी किए आदेश
ਸੰਵਿਧਾਨ ਕਿਸੇ ਅਨੁਛੇਦ ਜਾਂ ਧਾਰਾ ਦੀ ਉਲੰਘਣਾ ਕਰਦੇ ਆ, ਸੰਵਿਧਾਨ ਦੀ ਕਿਸੇ ਅਨੁਛੇਦ ਜਾਂ ਧਾਰਾ ਦੀ ਉਲੰਘਣਾ ਕਰਦੇ ਆ ਤਾਂ ਸੰਵਿਧਾਨ ਜਿਹੜਾ ਹੈਗਾ ਨਿਆਂਪਾਲਿਕਾ ਹੈਗੀ ਹੈ ਜਿਹੜੀ, ਉਹਨਾਂ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ਜਾਂ ਰੱਦ ਕਰ ਸਕਦੀ ਹੈ। ਹੁਣ ਆ ਗਿਆ ਸੰਵਿਧਾਨ ਅਤੇ ਲੋਕਤੰਤਰ। ਹੁਣ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਿਹੜਾ ਸੰਵਿਧਾਨ ਹੈ ਉਸ ਅਨੁਸਾਰ ਹੀ ਜਿਹੜਾ ਸਾਡੇ ਦੇਸ਼ ਦਾ ਸਾਰਾ ਢਾਂਚਾ ਚੱਲਦਾ ਹੈ। ਸੰਵਿਧਾਨ ਅਨੁਸਾਰ ਸਾਡੇ ਦੇਸ਼ ਵਿੱਚ ਪੂਰਨ ਲੋਕਤੰਤਰੀ ਢਾਂਚਾ ਲਾਗੂ ਕੀਤਾ ਗਿਆ ਹੈ। ਨਾਗਰਿਕਾਂ ਨੂੰ ਫਿਰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ, ਨਾਲ ਨਾਲ ਉਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਬਣਦੀਆਂ ਹਨ। ਇੱਕ ਅਧਿਕਾਰ ਸਰਕਾਰ ਦੀ ਆਲੋਚਨਾ ਕਰਨ ਦਾ ਵੀ ਨਾਗਰਿਕਾਂ ਨੂੰ ਇੱਥੇ ਅਸੀਂ ਦੱਸ ਦਈਏ ਕਿ ਦਿੱਤਾ ਗਿਆ ਹੈ, ਜਿਸ ਦੇ ਨਾਲ ਕੀ ਹੋਏ ਸਰਕਾਰ ਦੇ ਹਿੱਤਾਂ ਦੇ ਖਿਲਾਫ ਵੀ ਕਾਨੂੰਨ, ਅਗਰ ਕੋਈ ਸਰਕਾਰ ਲੋਕਾਂ ਦੇ ਹਿੱਤਾਂ ਦੇ, ਲੋਕਤੰਤਰ ਦੇ ਵਿਰੁੱਧ ਕੋਈ ਕਾਨੂੰਨ ਪਾਸ ਕਰਦੀ ਹੈ ਤਾਂ ਲੋਕ ਆ ਜਿਹੜੇ ਉਸ ਦੇ ਵਿਰੁੱਧ ਜਾ ਸਕਦੇ ਆ। ਠੀਕ ਹੈ, ਇਹ ਵੀ ਸਾਨੂੰ ਇੱਕ ਅਧਿਕਾਰ ਦਿੱਤਾ ਗਿਆ ਹੈ। ਸੰਵਿਧਾਨ ਅਤੇ ਲੋਕਤੰਤਰ ਦਾ ਆਪਸ ਵਿੱਚ ਕੀ ਹੈ, ਇਹ ਹੈ ਵੀ ਸੰਵਿਧਾਨ ਉਹਨਾਂ ਦੀ ਰਾਖੀ ਕਰਦੀ ਹੈ। ਅਗਰ ਕੋਈ ਸੰਵਿਧਾਨ ਦੇ ਨਾਲ ਛੇੜਛਾੜ ਕਰਦਾ ਹੈ ਤਾਂ ਜਿਹੜਾ ਲੋਕਤੰਤਰ ਹੈ, ਲੋਕ ਆ ਉਹ ਉਸ ਦੇ ਵਿਰੁੱਧ ਆਵਾਜ਼ ਉਠਾ ਸਕਦੇ ਆ, ਨਿਆਂਪਾਲਿਕਾ ਦਾ ਦਰਵਾਜ਼ਾ ਖੜਕਾ ਸਕਦੇ ਆ ਤੇ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਹੈ। ਠੀਕ ਹੈ ਬੇਟਾ, ਇਹ ਤੁਹਾਡਾ ਲੈਸਨ ਸੀਗਾ 24। ਠੀਕ ਹੈ, ਔਰ ਇਸ ਤੋਂ ਅੱਗੇ ਇਸ ਦੇ ਪ੍ਰਸ਼ਨ ਨੇ, ਅਗਰ ਜਲਦੀ ਦੇ ਵਿੱਚ ਤੁਸੀਂ ਇਹ ਪ੍ਰਸ਼ਨ ਦੇਖ ਲਓ, ਤੁਹਾਨੂੰ ਵੈਸੇ ਵੀ PDF ਪਹੁੰਚ ਦਿੱਤੀ ਜਾਵੇਗੀ। ਇਹ ਪ੍ਰਸ਼ਨ ਵੀ ਤੁਸੀਂ ਆਪਣੀ ਕਾਪੀ ਦੇ ਉੱਪਰ ਨੋਟ ਕਰ ਲੈਣੇ ਆ, ਪੂਰੇ ਸੈਂਪਲੀਫਿਕੇਸ਼ਨ ਦੇ ਲਈ ਹੈ। ਵੀਡੀਓ ਰੋਕ ਕੇ ਪੌਜ਼ ਕਰਕੇ ਪ੍ਰਸ਼ਨ ਤੁਸੀਂ ਆਪਣੀ ਕਾਪੀ ਦੇ ਉੱਪਰ ਲਿਖ ਸਕਦੇ ਹੋ। ਠੀਕ ਹੈ ਜੀ, ਇਸੇ ਤਰ੍ਹਾਂ ਔਰ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲੀਆਂ ਵੀਡੀਓ ਵੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦੀਆਂ ਰਹਿਣ। ਘੰਟੀ वाले बटन को प्रेस कर लेना ताकि हर एक वीडियो तक पहुँच सके। धन्यवाद बेटा, आप सब का समय शुभ हो।